ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਅਸ਼ਟਪਦੀ 22ਵੀਂ ਤੇ ਪਦ 6ਵਾਂ। ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਵਿਚਾਰਨ ਜਾ ਰਹੇ ਹਾਂ। ਜਿਵੇਂ ਇਹ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇੰਨਾ ਸਿਆਣਾ ਨਹੀਂ ਹੈ, ਇੰਨਾ ਵਿਵੇਕ ਬੁੱਧ ਵਾਲਾ ਨਹੀਂ ਹੈ ਜਿਹੜਾ ਹੂ ਬਹੂ ਸੱਚੇ ਪਾਤਸ਼ਾਹ ਦੀਆਂ ਰਮਜ਼ਾਂ ਸਮਝ ਸਕੇ। ਜਿੰਨੀ ਪਾਤਸ਼ਾਹ ਮਿਹਰ ਕਰਦੇ ਹਨ ਓਨਾ ਪ੍ਰਾਣੀ ਬੋਲਦਾ ਹੈ, ਓਨਾ ਸੁਣਦਾ ਹੈ ਤੇ ਓਨਾ ਹੀ ਵਿਚਾਰਦਾ ਹੈ। ਗੁਰੂ ਦੀ ਮਿਹਰ ਤੋਂ ਬਿਨਾਂ ਇਨਸਾਨ ਕੁਝ ਵੀ ਨਹੀਂ ਹੈ। ਜਿਵੇਂ ਉਹ ਚਲਾਉਂਦਾ ਹੈ ਉਸੇ ਤਰ੍ਹਾਂ ਹੀ ਚੱਲਦਾ ਹੈ। ਸੁਖਮਣੀ ਸਾਹਿਬ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਉਹਨਾਂ ਨੇ 24 ਅਸ਼ਟਪਦੀਆਂ, ਇੱਕ ਅਸ਼ਟਪਦੀ ਦੇ 8 ਭਾਗ ਜਾਣੀ 8 ਪਦ, ਇੱਕ ਅਸ਼ਟਪਦੀ ਦੇ ਤਕਰੀਬਨ 1000 ਅੱਖਰ, 24 ਅਸ਼ਟਪਦੀਆਂ ਦੇ 24,000 ਅੱਖਰ ਵਰਤੇ ਹਨ। ਸੱਚੇ ਪਾਤਸ਼ਾਹ ਨੇ ਇੱਕ ਅੰਮ੍ਰਿਤ ਦਾ ਸਾਗਰ ਲੋਕਾਈ ਦੇ ਲਈ ਪ੍ਰਦਾਨ ਕੀਤਾ ਹੈ। ਬਹੁਤ ਹੀ ਵਡਮੁੱਲਾ ਇੱਕ ਗਿਆਨ ਹੈ ਜਿਹੜਾ ਪ੍ਰਾਣੀ ਪੜ੍ਹ ਕੇ ਆਪਣੀ ਹਉਮੈ ਨੂੰ ਮਾਰ ਸਕਦਾ ਹੈ ਤੇ ਆਪਣਾ ਸਾਰੇ ਦਾ ਸਾਰਾ ਮਿਲਾਪ ਪ੍ਰਭੂ ਦੇ ਵਿੱਚ ਸਮੋ ਸਕਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਨੂੰ ਸਮੇਂ ਦੇ ਨਾਲ ਅਤੇ ਪ੍ਰਾਣੀ ਦੇ ਸਵਾਸਾਂ ਨਾਲ ਜੋੜਿਆ ਹੈ। ਸਮਾਂ ਚੱਲਣਹਾਰ ਹੈ, ਸਮਾਂ ਮੁੱਕਣ ਵਾਲਾ ਹੈ। ਪ੍ਰਾਣੀ ਚੱਲਣਹਾਰ ਹੈ, ਪ੍ਰਾਣੀ ਮੁੱਕਣ ਵਾਲਾ ਹੈ। ਪ੍ਰਭੂ ਪਰਮੇਸ਼ਰ ਅਚਲ ਹੈ, ਕਦੇ ਵੀ ਖਤਮ ਨਹੀਂ ਹੁੰਦਾ, ਅਮਰ ਹੈ। ਸੱਚੇ ਪਾਤਸ਼ਾਹ ਨੇ ਇਨਸਾਨ ਨੂੰ ਮੁਕਤੀ ਪ੍ਰਾਪਤ ਕਰਨ ਦੇ ਲਈ ਆਪਣੇ ਸਵਾਸਾਂ ਨੂੰ ਸਫਲ ਕਰਨ ਦੇ ਲਈ ਇੱਕ ਬਹੁਤ ਹੀ ਪਿਆਰੀ ਵਿਧੀ ਸਮਝਾਈ ਹੈ ਕਿ ਪ੍ਰਾਣੀ ਤੇਰਾ ਕੁਝ ਵੀ ਨਹੀਂ ਲੱਗਦਾ, ਸਵਾਸ ਤੇਰੇ ਨਹੀਂ ਹਨ, ਤੈਨੂੰ ਇਹ ਪਤਾ ਵੀ ਨਹੀਂ ਚੱਲਦਾ ਕਿ ਇਹਨਾਂ ਨੂੰ ਕੌਣ ਚਲਾਉਂਦਾ ਹੈ। ਉਹਦੀ ਮਿਹਰਬਾਨੀ ਉੱਤੇ ਇਹ ਚੱਲਦੇ ਹਨ। ਕਿੰਨੇ ਆਏ ਹਨ ਤੇ ਕਿੰਨੇ ਆਉਣੇ ਹਨ, ਇਹਨਾਂ ਦਾ ਵੀ ਤੈਨੂੰ ਕੋਈ ਗਿਆਤ ਨਹੀਂ ਹੈ। 24 ਘੰਟਿਆਂ ਦੇ ਵਿੱਚ ਤੂੰ 24,000 ਸਵਾਸ ਲੈਂਦਾ ਹੈ ਪ੍ਰਾਣੀ। ਹਰ ਸਵਾਸ ਉੱਤੇ ਵਾਹਿਗੁਰੂ ਦਾ, ਰੱਬ ਦਾ ਨਾਂ ਲਿਖ ਲੈ। ਇਹੀ ਤੇਰੇ ਲਈ ਵੱਡਾ ਵਰਦਾਨ ਹੈ। ਪਹਿਲਾ ਪਹਿਲ ਤੈਨੂੰ ਆਪਣੀ ਆਦਤ ਬਦਲਣੀ ਪਵੇਗੀ। ਔਖ ਵੀ ਹੋਵੇਗੀ, ਪਰ ਫਿਰ ਇਹ ਕਿਰਿਆ ਸੁਭਾਵਿਕ ਹੀ ਬਣ ਜਾਵੇਗੀ। ਤੂੰ ਮਾਇਆ ਨਾਲੋਂ ਟੁੱਟ ਜਾਵੇਗਾ, ਤ੍ਰਿਸ਼ਨਾ ਵਿੱਚੋਂ ਨਿਕਲ ਜਾਵੇਗਾ। ਇੱਕ ਸ਼ਾਂਤ ਸਾਗਰ
ਜਿੱਥੇ ਕੋਈ ਵੀ ਗਮ ਨਹੀਂ ਹੈ, ਉਸ ਅਵਸਥਾ ਦੇ ਵਿੱਚ ਪਹੁੰਚ ਜਾਵੇਗਾ। ਪ੍ਰੀਤਮ ਪਿਆਰਾ ਤੈਨੂੰ ਉਡੀਕਦਾ ਹੈ, ਤੂੰ ਲੇਟ ਨਹੀਂ ਹੈ। ਹਰ ਵੇਲੇ ਤੇਰਾ ਕ੍ਰੀਏਟਰ, ਤੇਰਾ ਰਚਣਹਾਰਾ ਤੇਰੀ ਇੰਤਜ਼ਾਰ ਕਰ ਰਿਹਾ ਹੈ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਸੁਖਮਣੀ ਸਾਹਿਬ ਦੇ ਵਿੱਚ 3 ਪ੍ਰਮੁੱਖ ਵਿਸ਼ੇ ਚੁਣੇ ਹਨ। ਪਹਿਲਾ ਤੇ ਵਿਸ਼ੇਸ਼ ਵਿਸ਼ਾ ਅਕਾਲ ਉਸਤਤ, ਪ੍ਰਭੂ ਦੀ ਸਿਫਤ ਸਲਾਹ ਕੀਤੀ ਹੈ। ਉਸ ਰਚਣਹਾਰੇ ਕਰਤੇ ਦੀ ਵਡਿਆਈ ਕੀਤੀ ਹੈ, ਉਹਦਾ ਵਿਰਾਟ ਰੂਪ ਦਰਸਾਇਆ ਹੈ, ਉਹਦਾ ਸੂਖਮ ਰੂਪ ਸਮਝਾਇਆ ਹੈ। ਨਿਰਗੁਣ ਸਰਗੁਣ ਅਨੇਕ, एक, एक तो 3, 3 तो फिर एक, सारे रूपां का वर्णन सच्चे पातशाह ने बाखूबी दे नाल कीता है। प्राणी रंग बरंगी दुनिया दे विच गवाच जाता है। प्रीतम प्यारे दे नाल ਜਿਹੜਾ ਵਾਅਦਾ ਕੀਤਾ ਹੈ ਉਹ ਤੋੜ ਦਿੰਦਾ ਹੈ। ਮਾਇਆ ਪ੍ਰਭੂ ਦੀ ਦਾਸੀ ਹੈ। ਜਿਸ ਤਰ੍ਹਾਂ ਕੋਈ ਕਾਂਟਰੈਕਟਰ ਲੈ ਲੈਂਦਾ ਹੈ ਕਿ ਮੈਂ ਇਹ ਆਪਣੀ ਜੌਬ ਮਰਜ਼ੀ ਨਾਲ ਕਰ ਦੇਵਾਂਗਾ, ਕੁਝ ਸ਼ਰਤਾਂ ਨਾਲ ਉਸ ਕਾਂਟਰੈਕਟਰ ਨੇ ਜਵਾਬ ਦੇਣਾ ਹੁੰਦਾ ਆਪਣੇ ਮਾਲਕਾਂ ਨੂੰ। ਇਸੇ ਤਰ੍ਹਾਂ ਹੀ ਮਾਇਆ ਹੈ। ਮਾਇਆ ਨੌਕਰੀ ਕਰਦੀ ਹੈ, ਪਰਮੇਸ਼ਰ ਦੀ ਦਾਸੀ ਹੈ, ਪਰ ਪ੍ਰਭੂ ਪਿਆਰੇ ਨੇ ਉਹਨੂੰ ਖੁੱਲ੍ਹ ਦਿੱਤੀ ਹੈ ਕਿ ਤੂੰ ਦੁਨੀਆ ਨੂੰ ਉਦਾਸ ਨਹੀਂ ਹੋਣ ਦੇਣਾ, ਬਰਾਗ ਦੇ ਵਿੱਚ ਨਹੀਂ ਜਾਣ ਦੇਣਾ। ਹਮੇਸ਼ਾ ਇਹਨੂੰ ਰੁਝਾਉਣਾ ਹੈ ਆਪਣੇ ਰੰਗਾਂ ਦੇ ਵਿੱਚ, ਪਰ ਮੇਰੇ ਪਿਆਰਿਆਂ ਨੂੰ ਪਰੇਸ਼ਾਨ ਨਹੀਂ ਕਰਨਾ। ਬਿਲਕੁਲ ਇਸੇ ਤਰ੍ਹਾਂ ਹੀ ਦਾਸੀ ਮਾਇਆ ਆਪਣਾ ਫਰਜ਼ ਨਿਭਾ ਰਹੀ ਹੈ। ਬੜੀ ਬਾਖੂਬੀ ਦੇ ਨਾਲ ਦੁਨੀਆ ਨੂੰ ਉਲਝਾਇਆ ਹੋਇਆ ਹੈ। ਕਿਸੇ ਕੋਲ ਕੋਈ ਵਿਹਲ ਨਹੀਂ ਹੈ। ਭੱਜ ਭੱਜ ਨੱਠ ਨੱਠ ਦੇ ਵਿੱਚ ਦੁਨੀਆ ਲੱਗੀ ਹੋਈ ਹੈ। ਮੈਂ ਮੇਰਾ ਲੋਭ ਦੇ ਵਿੱਚ ਗੁੜੁੱਚ ਹੈ। ਪਿਆਰ ਸਵਾਰਥ ਸਾਰੇ ਹੀ ਇੱਕ ਦੂਸਰੇ ਨਾਲੋਂ ਬਾਗੀ ਹੋ ਕੇ ਅੱਗੇ ਤੁਰਦੇ ਹਨ। ਪ੍ਰੇਮ ਦੀ ਪਰਿਭਾਸ਼ਾ ਦੁਨੀਆ ਭੁੱਲ ਚੁੱਕੀ ਹੈ। ਦਰਅਸਲ ਮਾਇਆ ਨੇ ਸਮਝ ਹੀ ਨਹੀਂ ਆਉਣ ਦਿੱਤੀ, ਲੋੜ ਨੂੰ ਪ੍ਰੇਮ ਦਾ ਨਾਂ ਦੇ ਦਿੱਤਾ। ਜਿਸ ਨੂੰ ਇਹ ਦੁਨੀਆ ਪ੍ਰੇਮ ਕਹਿੰਦੀ ਹੈ, ਉਹ ਅਸਲ ਵਿੱਚ ਲੋੜ ਹੈ। ਪ੍ਰਭੂ ਦਾ ਪ੍ਰੇਮ ਅਟੱਲ ਹੈ, ਹਮੇਸ਼ਾ ਲਈ ਹੈ।
ਤੇ ਕਰਮਾਂ ਦੇ ਨਾਲ ਪ੍ਰਾਪਤ ਹੁੰਦਾ ਹੈ। ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ ਕਿ ਪ੍ਰਾਣੀ ਤੂੰ ਜਿੱਦ ਕਰ ਨਾਮ ਜਪਣ ਦੀ, ਮਾਇਆ ਤੇਰਾ ਖਹਿੜਾ ਛੱਡ ਦੇਵੇਗੀ। ਤੂੰ ਕੋਸ਼ਿਸ਼ ਕਰ, ਪ੍ਰਭੂ ਅਵਸ਼ ਹੀ ਤੈਨੂੰ ਅਸ਼ੀਰਵਾਦ ਦੇਵੇਗਾ, ਪਰ ਪਹਿਲਾਂ ਤੈਨੂੰ ਮਸ਼ੱਕਤ ਕਰਨੀ ਹੀ ਪਵੇਗੀ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਪ੍ਰਾਣੀ ਨੂੰ ਆਪਣਾ ਜੀਵਨ ਜਿਉਂਦਿਆਂ ਹੀ ਸਵਰਗ ਬਣਾਉਣ ਦੇ ਲਈ ਤਰੀਕਾ ਸਮਝਾਇਆ ਹੈ। ਸੱਚੇ ਪਾਤਸ਼ਾਹ ਦੋ ਜਹਾਨਾਂ ਦੀ ਗੱਲ ਕਰਦੇ ਹਨ, ਲੋਕ ਦੀ, ਪਰਲੋਕ ਦੀ। ਲੋਕ ਜਿਹੜੇ ਵਿੱਚ ਅਸੀਂ ਗੁਜ਼ਰ ਰਹੇ ਹਾਂ, ਲੋਕ ਜੀਵਨ ਉਹ ਹੈ ਜਿਹਦੇ ਵਿੱਚ ਅਸੀਂ ਜਨਮ ਲਿਆ ਹੈ। ਪਰਲੋਕ ਜੀਵਨ ਉਹ ਹੈ ਜਿਹਦੇ ਵਿੱਚੋਂ ਅਸੀਂ ਆਏ ਹਾਂ ਤੇ ਜਿਹੜੀ ਸਾਡੀ ਮੰਜ਼ਿਲ ਹੈ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਸਾਨੂੰ ਇਸ ਨਈਆ ਰਾਹੀਂ ਦੋਨਾਂ ਸੰਸਾਰਾਂ ਨੂੰ ਪਾਰ ਕਰਨ ਦੀ ਸਹਾਇਤਾ ਕਰ ਰਹੇ ਹਨ। ਸੱਚੇ ਪਾਤਸ਼ਾਹ ਨੇ ਦੂਸਰਾ ਵਿਸ਼ਾ ਉਹਨਾਂ ਭਗਤਾਂ ਦਾ ਚੁਣਿਆ ਹੈ, ਉਹਨਾਂ ਦਾਸਾਂ ਦਾ, ਸੇਵਕਾਂ ਦਾ, ਜਿਹੜੇ ਪ੍ਰਭੂ ਦੇ ਪਿਆਰੇ ਹੋ ਚੁੱਕੇ ਹਨ, ਜਾਂ ਸਰੀਰ ਵਿੱਚ ਹਨ ਜਾਂ ਸਰੀਰ ਰਹਿਤ ਹਨ, ਪਰ ਪ੍ਰਭੂ ਨੇ ਉਹਨਾਂ ਨੂੰ ਆਪਣਾ ਰੁਤਬਾ ਦੇ ਦਿੱਤਾ ਹੈ। ਉਹਨਾਂ ਦਾ ਕਿਹਾ ਪ੍ਰਭੂ ਮੋੜਦਾ ਨਹੀਂ ਹੈ, ਬਹੁਤ ਪਿਆਰ ਕਰਦਾ ਹੈ ਦਤਾਰ ਸੁਆਮੀ। ਤੀਸਰਾ ਵਿਸ਼ਾ ਉਹਨਾਂ ਲੋਕਾਂ ਦਾ ਹੈ, ਉਹਨਾਂ ਨਿੰਦਕਾਂ ਦਾ ਹੈ, ਜਿਹੜੇ 24 ਘੰਟੇ ਨਾ ਪੱਖੀ ਸੋਚ ਰੱਖਦੇ ਹਨ। ਜੇ ਪ੍ਰਭੂ ਦਾ ਪਿਆਰਾ ਉਹਨਾਂ ਨੂੰ ਦਿਸ ਪੈਂਦਾ ਹੈ, ਉਹਦੀ ਨਿੰਦਿਆ ਕਰਦੇ ਹਨ, ਉਹਦੀ ਚੁਗਲੀ ਕਰਦੇ ਹਨ, ਉਹਦਾ ਮਜ਼ਾਕ ਉਡਾਉਂਦੇ ਹਨ, ਜਲੀਲ ਕਰਦੇ ਹਨ। ਇਹ ਪ੍ਰਭੂ ਨੂੰ ਨਹੀਂ ਭਾਉਂਦਾ। ਪ੍ਰਭੂ ਨਹੀਂ ਚਾਹੁੰਦਾ ਕਿ ਉਹਦੇ ਪਿਆਰਿਆਂ ਨੂੰ ਕੋਈ ਪਰੇਸ਼ਾਨ ਕਰੇ। ਹੰਕਾਰੀ ਨਿੰਦਕ ਲੋਕ ਆਪਣੇ ਜ਼ੋਰ ਨਾਲ ਹੈਂਕੜ ਜਮਾਉਂਦੇ ਹਨ, ਪਰ ਪ੍ਰਭੂ ਉਹਨਾਂ ਨੂੰ ਬਣਦੀ ਸਜ਼ਾ ਦੇ ਦਿੰਦਾ ਹੈ। ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਨਾ ਹੋਏ, ਨਾ ਇੱਧਰ ਦੇ ਨਾ ਉੱਧਰ ਦੇ, ਬਿਨਾਂ ਸਵਾਸਾਂ ਤੋਂ ਚੋਰ, ਹਰਾਮ ਖੋਰ, ਕੂੜਿਆਰ, ਸੰਤ ਕੇ ਨਿੰਦਕ, ਸੰਤ ਕੇ ਦੋਖੀ ਕਹਿ ਕੇ ਸੰਬੋਧਨ ਕੀਤਾ ਹੈ। ਇੱਕ ਬਹੁਤ ਵੱਡੀ ਨਸੀਹਤ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਦਿੱਤੀ ਹੈ ਕਿ ਉਹ ਨਿੰਦਕੋ, ਉਹ ਸੰਤ ਦੋਖੀਓ, ਜੇ ਤੁਹਾਡੇ ਉੱਤੇ ਇੱਕ ਗੁਰੂ ਦਾ ਪਿਆਰਾ ਕਿਰਪਾ ਕਰ ਦੇਵੇ, ਤੁਸੀਂ ਉਹਦੀ ਸ਼ਰਨ ਦੇ ਵਿੱਚ ਚਲੇ ਜਾਵੋ, ਉਹਦੀ ਮਿਹਰ ਦੇ ਨਾਲ ਤੁਸੀਂ ਵੀ ਤਰ ਸਕਦੇ ਹੋ। ਤੁਹਾਨੂੰ ਵੀ ਪ੍ਰਭੂ ਦੇ ਪਰਮੇਸ਼ਰ ਦੇ ਚਰਨ ਨਸੀਬ ਹੋ ਸਕਦੇ ਹਨ।
ਤੁਸੀਂ ਲੇਟ ਨਹੀਂ ਹੋ। ਕਦੇ ਵੀ ਕੋਈ ਲੇਟ ਨਹੀਂ ਹੁੰਦਾ। ਪ੍ਰਭੂ ਦਾ ਦਰਬਾਰ ਸੱਚਾ ਹੈ, ਖਿਮਾ ਵਾਲਾ ਹੈ, ਬਖਸ਼ਣ ਵਾਲਾ ਹੈ, ਮਾਫੀ ਵਾਲਾ ਹੈ। ਗੁਰੂ ਪਿਆਰਿਓ, 6ਵੇਂ ਪਦ ਦੇ ਵਿੱਚ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ, ਹਾਲਤ ਪਾਲਤ ਦੋਏ ਲੇਹੋ ਸਵਾਰ, ਰਾਮ ਨਾਮ ਅੰਤਰ ਉਰਧਾਰ। ਸੁਆਮੀ ਦੇ ਨਾਮ ਦੇ ਨਾਲ ਆਪਣੇ ਹਿਰਦੇ ਨੂੰ ਟਿਕਾ ਲੈ। ਪ੍ਰਭੂ ਦੀ ਮਿਹਰ ਦੇ ਨਾਲ ਇਹਨੂੰ ਸ਼ਾਂਤ ਕਰ ਲੈ, ਸਵਾਰ ਲੈ, ਅੰਦਰ ਵਸਾ ਲੈ ਤੇ ਆਪਣਾ ਲੋਕ ਤੇ ਪਰਲੋਕ ਦੋਨੇ ਜੀਵਨ ਸਖਾਲੇ ਬਣਾ ਲੈ ਪ੍ਰਾਣੀ। ਹਾਲਤ ਪਾਲਤ ਦੋਏ ਲੇਹੋ ਸਵਾਰ, ਰਾਮ ਨਾਮ ਅੰਤਰ ਉਰਧਾਰ। ਅੰਦਰ ਆਪਣੀ ਆਤਮਾ ਦੇ ਵਿੱਚ ਪ੍ਰਭੂ ਦਾ ਨਾਮ ਵਸਾ ਲੈ। ਫਿਰ ਸਾਰਾ ਦਾ ਸਾਰਾ ਜਿਹੜਾ ਤੈਂ ਜ਼ਿੰਦਗੀ ਭਰ ਕੂੜ ਇਕੱਠਾ ਕੀਤਾ ਉਹ ਅਵਾਸ਼ੇ ਨਿਕਲ ਜਾਵੇਗਾ। ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸੈ ਤਿਸ ਸਾਚ ਪ੍ਰੀਖਿਆ। ਗੁਰੂ ਪੂਰਨ ਹੈ ਤੇ ਉਹਦੀ ਸਲਾਹ ਵੀ ਪੂਰਨ ਹੈ, ਪਰਫੈਕਟ ਹੈ। ਪੁਰਾਣੀ ਗਲਤੀਆਂ ਦਾ ਪੁਤਲਾ ਹੈ, ਬਹੁਤ ਗਲਤੀਆਂ ਕਰ ਸਕਦਾ ਹੈ, ਉਹਦੀ ਕਿਰਪਾ ਦੇ ਨਾਲ ਸੁਧਾਰ ਸਕਦਾ ਹੈ। ਪਰ ਪ੍ਰੀਤਮ ਪਿਆਰਾ ਅਕਾਲ ਪੁਰਖ ਪਰਫੈਕਟ ਹੈ ਤੇ ਉਹਦੀ ਦਿੱਤੀ ਹੋਈ ਸਲਾਹ ਬਹੁਤ ਵਡਮੁੱਲੀ ਹੈ। ਜਿਹਦੇ ਮਨ ਦੇ ਵਿੱਚ ਉਹ ਵਸ ਜਾਂਦਾ ਹੈ, ਉਹਨੂੰ ਇਸ ਗੱਲ ਦੀ ਸਮਝ ਲੱਗ ਜਾਂਦੀ ਹੈ ਤੇ ਉਹ ਸੱਚੀ ਪ੍ਰੀਖਿਆ, ਸੱਚਾ ਐਗਜ਼ਾਮੀਨੇਸ਼ਨ ਪਾਸ ਕਰ ਜਾਂਦਾ ਹੈ, ਸਮਝ ਜਾਂਦਾ ਹੈ, ਸੱਚ ਦੀ ਜਾਂਚ ਪੜਤਾਲ ਕਰਨ ਦੇ ਸਮਰੱਥ ਹੋ ਜਾਂਦਾ ਹੈ। ਮਨ ਤਨ ਨਾਮ ਜਪੋ ਲਿਵ ਲਾਏ, ਦੁੱਖ ਦਰਦ ਮਨ ਤੇ ਭਉ ਜਾਏ। ਆਪਣੀ ਆਤਮਾ ਤੇ ਸਰੀਰ ਦੇ ਨਾਲ ਪਿਆਰ ਸਹਿਤ ਪ੍ਰਭੂ ਦਾ ਨਾਮ ਉਚਾਰ, ਸਿਮਰਨ ਕਰ। ਦੁੱਖ ਦਰਦ ਮਨ ਤੇ ਭਉ ਜਾਏ। ਜਿਹੜੇ ਡਰ ਦੇ ਨਾਲ ਤੂੰ ਜੀ ਰਿਹਾ ਹੈ, ਜਿਹੜੇ ਗਮ ਪੀੜਾਂ ਤੈਨੂੰ ਲੱਗੀਆਂ ਹੋਈਆਂ ਹਨ, ਉਹ ਵਸ਼ ਹੀ ਤੇਰੇ ਚਿੱਤ ਵਿੱਚੋਂ ਨਿਕਲ ਜਾਣਗੇ। ਤੂੰ ਨਿਡਰ ਬਣ ਜਾਵੇਗਾ, ਤੇਰਾ ਜੀਵਨ ਭੈ ਰਹਿਤ ਹੋ ਜਾਵੇਗਾ। ਸੱਚ ਵਾਪਾਰ ਕਰੋ ਵਪਾਰੀ, ਦਰਗਹਿ ਨਿਭੈ ਖੇਪ ਤੁਮਾਰੀ। ਐ ਇਨਸਾਨ, ਤੂੰ ਇਸ ਦੁਨੀਆ ਦੀ ਮਾਰਕੀਟ ਦੇ ਵਿੱਚ ਸੌਦਾ ਕਰਨ ਆਇਆ ਹੈ। ਤੈਨੂੰ ਪ੍ਰਭੂ ਨੇ ਸਦਾਗਰੀ ਦੇ ਲਈ ਭੇਜਿਆ ਹੈ। ਬਿਲਕੁਲ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਪਹਿਲੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੇ ਪਿਤਾ ਜੀ ਨੇ ਭੇਜਿਆ ਸੀ
ਕਿ ਪੁੱਤਰ ਇਸ ਦੁਨੀਆ ਦੇ ਵਿੱਚ ਰਹਿਣ ਦੇ ਲਈ ਕੋਈ ਕੰਮ ਧੰਦਾ ਕਰਨਾ ਪੈਂਦਾ ਹੈ, ਨਹੀਂ ਤਾਂ ਲੋਕ ਸਤਿਕਾਰ ਨਹੀਂ ਕਰਦੇ, ਪਰਿਵਾਰ ਨਹੀਂ ਪਲਦੇ। ਆ 20 ਰੁਪਈਏ ਲੈ ਲੈ, ਕੋਈ ਵਪਾਰ ਸ਼ੁਰੂ ਕਰ ਲੈ। ਵਪਾਰ ਦਾ ਇਹ ਨਿਯਮ ਹੈ ਕਿ ਘੱਟ ਪੈਸਿਆਂ ਨਾਲ ਚੀਜ਼ ਖਰੀਦਣੀ ਹੈ ਤੇ ਵੱਧ ਨਾਲ ਵੇਚਣੀ ਹੈ। ਪਿੰਡ ਤੋਂ ਸ਼ਹਿਰ, ਸ਼ਹਿਰ ਤੋਂ ਪਿੰਡ, ਪਿੰਡ 'ਚੋਂ ਸਮਾਨ ਲੈ ਜਾ, ਸ਼ਹਿਰ ਲੈ ਜਾ, ਕੁਝ ਪ੍ਰੋਫਿਟ ਕਮਾ, ਸ਼ਹਿਰ ਤੋਂ ਸਮਾਨ ਲੈ ਕੇ ਆ, ਪਿੰਡ ਦੇ ਵਿੱਚ ਵੇਚ ਤੇ ਉਹਦੇ ਉੱਤੋਂ ਤੂੰ ਲਾਭ ਕਮਾ। ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਉਹਨਾਂ ਦੇ ਪਿਤਾ ਜੀ ਨੇ ਸਮਝਾਇਆ। ਆਮ ਤੌਰ 'ਤੇ ਇਹੀ ਹੁੰਦਾ ਹੈ, ਪਰ ਕਿਉਂਕਿ ਪਿਤਾ ਜੀ ਨੇ ਕਿਹਾ ਸੀ ਕਿ ਸੱਚਾ ਸੌਦਾ ਕਰਨਾ ਹੈ, ਝੂਠ ਦਾ ਨਹੀਂ, ਹੇਰਾ ਫੇਰੀ ਦਾ ਨਹੀਂ, ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਐਸਾ ਸੱਚਾ ਸੌਦਾ ਕੀਤਾ, ਐਸਾ ਵਣਜ ਕੀਤਾ, ਐਸੀ ਸੌਦਾਗਰੀ ਕੀਤੀ ਕਿ ਉਹ ਸੱਚਾ ਸੌਦਾ ਅਮਰ ਹੋ ਗਿਆ। ਜਦੋਂ ਪ੍ਰਭੂ ਇਨਸਾਨ ਨੂੰ ਇਸ ਦੁਨੀਆ ਦੀ ਮਾਰਕੀਟ ਵਿੱਚ ਭੇਜਦਾ ਹੈ ਤਾਂ ਪਿਤਾ ਜੀ ਮਹਿਤਾ ਕਾਲੂ ਜੀ ਦੀ ਤਰ੍ਹਾਂ ਹੀ ਉਪਦੇਸ਼ ਦੇ ਕੇ ਭੇਜਦਾ ਹੈ ਕਿ ਇਨਸਾਨ ਦੁਨੀਆ ਦੇ ਵਿੱਚ ਜਾ, ਸੱਚਾ ਵਪਾਰ ਕਰ, ਸੱਚੀ ਸੌਦਾਗਰੀ ਕਰ, ਉਹੀ ਤੇਰੇ ਕੰਮ ਆਵੇਗੀ। ਪ੍ਰਭੂ ਦੇ ਦਰਬਾਰ ਦੇ ਵਿੱਚ ਉਹਦੀ ਹੀ ਕਦਰ ਹੈ, ਲੋਕ ਵੀ ਉਹਨੂੰ ਹੀ ਸਲਾਹੁੰਦੇ ਹਨ। ਸੱਚੇ ਪਾਤਸ਼ਾਹ ਮਿਹਰ ਕਰਕੇ ਸਾਨੂੰ ਸਮਝਾਉਂਦੇ ਹਨ, ਸੱਚ ਵਪਾਰ ਕਰੋ ਵਪਾਰੀ। ਤੂੰ ਇਸ ਧਰਤੀ ਉੱਤੇ ਆਇਆ ਹੈ ਸੱਚਾ ਸੌਦਾ ਕਰਨ ਦੇ ਲਈ। ਤੈਨੂੰ 5 ਤੱਤ ਦਿੱਤੇ ਹਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹਨਾਂ ਦੀ ਵਰਤੋਂ ਸੰਜਮ ਨਾਲ ਕਰਕੇ, ਗ੍ਰਸਤੀ ਬਣ ਕੇ, ਸੰਸਾਰੀ ਬਣ ਕੇ ਆਪਣੇ ਨਾਇਕ ਹੋਣ ਦਾ ਸਬੂਤ ਦੇ। ਸੱਚ ਦਾ ਵਣਜ ਕਰ, ਕੰਮ ਕਰ, ਨਾਮ ਜਪ ਤੇ ਵੰਡ ਕੇ ਛਕ। ਇਹ ਤੇਰਾ ਵਪਾਰ ਹੈ, ਇਹ ਤੇਰੀ ਸੌਦਾਗਰੀ ਹੈ, ਤੇਰਾ ਵਣਜ ਹੈ। ਦਰਗਹਿ ਨਿਵੈ ਖੇਪ ਤੁਮਾਰੀ, ਤੇਰਾ ਸੱਚਾ ਸੌਦਾ ਰੱਬ ਦੀ ਕਚਹਿਰੀ ਦੇ ਵਿੱਚ ਸਹੀ ਸਲਾਮਤ ਪੁੱਜ ਜਾਵੇਗਾ। ਤੈਨੂੰ ਇਹਦਾ ਲਾਭ ਹੋਵੇਗਾ ਪ੍ਰਾਣੀ, ਕਿਉਂਕਿ ਤੈਂ ਗੁਰੂ ਦਾ ਕਹਿਣਾ ਮੰਨਿਆ ਹੈ, ਗੁਰੂ ਦੀ ਸਲਾਹ ਤੈਂ ਮੰਨ ਲਈ ਹੈ। ਏਕਾ ਟੇਕ ਰੱਖੋ ਮਨ ਮਾਹੇ, ਨਾਨਕ ਬਹੁਰ ਨ ਆਵੇ ਜਾਏ। ਇੱਕ ਆਸਰਾ ਪ੍ਰਭੂ ਦਾ ਹੀ ਰੱਖ, ਇੱਧਰ ਉੱਧਰ ਭਟਕਣਾ, ਟਕਾ ਦੇ ਵਿੱਚ ਆ। ਜਿਹੜਾ ਇੱਕ ਨੂੰ ਛੱਡ ਕੇ ਕਈਆਂ ਦੇ ਪਿੱਛੇ ਲੱਗਦਾ ਹੈ, ਉਹ ਕਿਸੇ ਦਾ ਵੀ ਨਹੀਂ ਹੁੰਦਾ। ਇੱਕ ਪਰਮੇਸ਼ਰ, ਇੱਕ ਓਂਕਾਰ, ਉਹਦਾ ਬਣ ਜਾ। ਤੇਰਾ ਜਿਹੜਾ ਦੁਨੀਆ ਦੇ ਵਿੱਚ ਆਉਣਾ ਜਾਣਾ, ਆ ਕੇ ਪਿਆਰ ਪਾਉਂਦਾ, ਬਸ ਜਾਣਾ, ਫਿਰ ਜਾਣਾ ਮੁਸ਼ਕਿਲ ਹੋ ਜਾਂਦਾ ਹੈ। ਇਹ ਦੁੱਖਾਂ ਦਾ ਘਰ ਹੀ ਹੈ। ਇਸ ਦੁਨੀਆ ਦੇ ਵਿੱਚ ਕੋਈ ਵੀ ਸੁਖੀ ਨਹੀਂ ਤੇ ਨਾ ਹੀ ਸੁਖੀ ਹੋ ਸਕਦਾ ਹੈ।
ਇਸ ਦੁਨੀਆ ਦੇ ਸੁੱਖ ਦੁੱਖਾਂ ਵਰਗੇ ਹੀ ਹਨ। ਸੁੱਖਾਂ ਤੇ ਦੁੱਖਾਂ ਦਾ ਬਹੁਤਾ ਫਰਕ ਨਹੀਂ ਹੈ, ਪਰ ਤੂੰ ਬੜਾ ਭੋਲਾ ਹੈ ਪ੍ਰਾਣੀ। ਤੂੰ ਮਾਇਆ ਦੇ ਛਲ ਦੇ ਵਿੱਚ ਆ ਜਾਂਦਾ ਹੈ, ਫਿਰ ਉਹਦਾ ਬਣ ਕੇ ਹੀ ਰਹਿ ਜਾਂਦਾ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਏਕਾ ਟੇਕ ਰੱਖੋ ਮਨ ਮਾਏ, ਨਾਨਕ ਬਹੁਰ ਨਾ ਆਵੇ ਜਾਏ। ਫਿਰ ਤੇਰਾ ਆਉਣ ਜਾਣ ਦਾ ਜਿਹੜਾ ਚੱਕਰ ਹੈ ਮੁੱਕ ਜਾਵੇਗਾ, ਤੇਰਾ ਟਿਕਾ ਹੋ ਜਾਵੇਗਾ। ਸੇਮ ਵੇ ਇਨਸਾਨ ਆਪਣਾ ਜੀਵਨ ਜੀਂਦਾ ਹੈ, ਜਨਮ ਲੈਂਦਾ ਹੈ, ਬਚਪਨ ਦੇ ਵਿੱਚ ਪਲਦਾ ਹੈ, ਵੱਡਾ ਹੁੰਦਾ ਹੈ, ਗ੍ਰਸਤ ਵਸਾਉਂਦਾ ਹੈ, ਫਿਰ ਉਮਰ ਢਲਦੀ ਹੈ, ਸਿਆਣਪ ਆਉਂਦੀ ਹੈ, ਅਤੇ ਫਿਰ ਰਿਟਾਇਰ ਹੋ ਜਾਂਦਾ ਹੈ। ਹਰ ਦੇਸ਼ ਦੇ ਆਪਣੇ ਅਸੂਲ ਹਨ। ਕੋਈ 60 ਸਾਲ, ਕੋਈ 55 ਸਾਲ, ਕੋਈ 65 ਸਾਲ ਦੀ ਉਮਰ ਉੱਤੇ ਪ੍ਰਾਣੀ ਨੂੰ ਰਿਟਾਇਰ ਕਰ ਦਿੰਦੇ ਹਨ। ਉਹਦਾ ਭਾਵ ਇਹ ਹੈ ਕਿ ਤੂੰ ਹੁਣ ਸ਼ਾਂਤੀ ਦੇ ਨਾਲ ਬਸ, ਸੁੱਖ ਪ੍ਰਾਪਤ ਕਰ। ਇਹ 84 ਲੱਖ ਜੂਨ ਹੈ, ਪ੍ਰਭੂ ਨੇ ਬਣਾਈ ਹੈ। ਜਦੋਂ ਪ੍ਰਾਣੀ ਇਨਸਾਨ ਦੀ ਜੂਨ ਦੇ ਵਿੱਚ ਆਉਂਦਾ ਹੈ, ਉਹ ਆਪਣੀ ਜਿਹੜੀ ਰਿਟਾਇਰਮੈਂਟ ਹੈ, ਮੋਕਸ਼ ਹੈ, ਜਿਹੜਾ ਸਵਰਗ ਹੈ, ਉਹਦੇ ਬਿਲਕੁਲ ਨੇੜੇ ਆ ਜਾਂਦਾ ਹੈ। ਜੇ ਆਖਰੀ ਪ੍ਰੀਖਿਆ ਪਾਸ ਕਰ ਲੈਂਦਾ ਹੈ ਐਵਰੇਜ ਵਿਦਿਆਰਥੀ ਦੀ ਤਰ੍ਹਾਂ, ਫਿਰ ਉਹਦਾ ਆਉਣਾ ਜਾਣਾ ਮੁੱਕ ਜਾਂਦਾ ਹੈ। ਉਹ ਸਦਾ ਲਈ ਰਿਟਾਇਰਮੈਂਟ ਪ੍ਰਭੂ ਦੇ ਦਰਬਾਰ ਦੇ ਵਿੱਚ ਪ੍ਰਾਪਤ ਕਰ ਲੈਂਦਾ ਹੈ। ਸ਼ਾਂਤੀ ਦੇ ਨਾਲ ਉਹਨੂੰ ਕੋਈ ਵੀ ਤ੍ਰਿਸ਼ਨਾ, ਕੋਈ ਵੀ ਹਿਲ ਚੁੱਲ, ਦੁੱਖ ਦਰਦ, ਘੁੰਮਣ ਘੇਰੀ ਨਹੀਂ ਰਹਿੰਦੀ। ਗੁਰੂ ਪਿਆਰਿਓ, ਇੱਕ ਵਾਰ ਆਪਾਂ ਇਸੇ ਪਦ ਨੂੰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਹਲਤ ਪਲਤ ਦੋਏ ਲੇਹੋ ਸਵਾਰ, ਰਾਮ ਨਾਮ ਅੰਤਰ ਉਰ ਧਾਰ। ਵਾਈ enshrining Lord's name within thy mind, embellish both this world and the next one. You can cure, you can make comfortable this life and your next life in heaven. ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਬਸੇ ਤਿਸ ਸੱਚ ਪ੍ਰੀਖਿਆ। Perfect is the Guru and perfect is his instruction. He in whose heart it abides, he essays the truth. Perfect Guru gave perfect lesson. Whenever he choose to bless somebody, start residing in his heart, then that person understand in full. ਮਨ ਤਨ ਨਾਮ ਜਪੋ ਲਿਵ ਲਾਏ, ਦੁੱਖ ਦਰਦ ਮਨ ਤੇ ਭਉ ਜਾਏ। With thy mind and body, lovingly repeat God's name. Thus shall sorrow, pain, and fear depart from your mind. Nothing belongs to you, Mr. Human Being. Why you establish your ownership on? Body don't belong to you. Soul is not yours.
Breathing is not your control, but you boost upon. Everything belongs to God, so why not get the chance and put God's name in your system, including your body, including your soul. Then your pains will go away. Your sad times will depart. सच ਵਪਾਰ ਕਰੋ ਬਾਪਾਰੀ, ਦਰਗਹਿ ਨਿਵੈ ਖੇਪ ਤੁਮਾਰੀ. Deal thou in true trade, O dealer. Thy merchandise shall safely reach God's court. How wonderful, how sweet Guruji are advising us that you are merchant on this planet and God sent you to do that truthful business. Earn it, and it will be shipped to you when you need it in God's kingdom, in God's court. ਏਕਾ ਟੇਕ ਰੱਖੋ ਮਨ ਮਾਏ, ਨਾਨਕ ਬੋਹਰ ਨ ਆਵੇ ਜਾਏ. Put the prop of one God, one Lord, within thy mind. Nanak, thou shalt not again come and go. Only choose one, which is only one. Everything is in plenty, everything is in two, but God is only in one. You just believe in one, dedicate yourself to one. He the one can help you. He the one can protect you. And He the one can save you not to come and go in the life cycle. He is the shield. He is the only one protection for you. ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਿਆਰੇ ਸਿੱਖ ਨੂੰ ਸਮਝਾਇਆ ਹੈ ਕਿ ਪ੍ਰਾਣੀ ਠੀਕ ਹੈ, ਤੂੰ ਮਾਇਆ ਦੇ ਵਿੱਚ ਫਸਿਆ ਹੋਇਆ ਹੈ। ਇਹ ਸਧਾਰਨ ਹੈ, ਪਰ ਤੇਰਾ ਜਿਹੜਾ ਜੀਵਨ ਹੈ ਬਹੁਤ ਵਡਮੁੱਲਾ ਹੈ। ਇਹਦਾ ਅਸਲੀ ਲਾਹਾ ਤੂੰ ਗੁਰੂ ਦੀ ਕਿਰਪਾ ਨਾਲ ਹੀ ਲੈ ਸਕਦਾ ਹੈ। ਇੱਕੋ ਇੱਕ ਤਰੀਕਾ ਹੈ, ਇਹ ਜਿਹੜੀ ਬਿਮਾਰੀ ਹੈ ਮਾਇਆ ਵਾਲੀ, ਤ੍ਰਿਸ਼ਨਾ ਵਾਲੀ, ਦੁੱਖਾਂ ਵਾਲੀ, ਇਹਦੀ ਇੱਕੋ ਇੱਕ ਮੱਲਮ ਹੈ, ਰਾਮ ਨਾਮ, ਗੁਰੂਜ਼ ਨੇਮ, ਉਹਦੀ ਉਸਤਤ। ਉਹਨੂੰ ਪਿਆਰ ਕਰ, ਉਹਨੂੰ ਮਨ ਦੇ ਵਿੱਚ ਟਿਕਾ ਲੈ, ਆਪਣਾ ਥੰਮ ਬਣਾ ਲੈ, ਉਹਦੇ ਉੱਤੇ ਭਰੋਸਾ ਕਰ ਲੈ। ਉਹ ਬਹੁਤ ਵੱਡਾ ਹੈ, ਤੇਰੀ ਬੇਨਤੀ ਸਵੀਕਾਰ ਕਰ ਲਵੇਗਾ। ਅੱਜ ਤੱਕ ਉਹਨੇ ਆਪਣੇ ਭਗਤਾਂ ਦੀ ਪ੍ਰਾਰਥਨਾ ਨੂੰ ਮੰਨਿਆ ਹੈ, ਉਹਨਾਂ ਦਾ ਸਾਥ ਦਿੱਤਾ ਹੈ। ਤੇਰਾ ਕਿਉਂ ਨਹੀਂ ਦੇਵੇਗਾ? ਉਹ ਸਭਨਾਂ ਦਾ ਹੈ, ਕਿਸੇ ਨਾਲ ਪੱਖਪਾਤ ਨਹੀਂ ਕਰਦਾ। ਉਹਦੀ ਸਲਾਹ ਹਮੇਸ਼ਾ ਤੇਰੇ ਭਲੇ ਦੀ ਹੋਵੇਗੀ।
ਦੁਨੀਆ ਦੇ ਵਿੱਚ ਤੇਰੇ ਮਿੱਤਰ ਬਣਦੇ ਹਨ, ਤੇਰੇ ਦੁਸ਼ਮਣ ਬਣਦੇ ਹਨ, ਤੇਰੇ ਸੰਬੰਧੀ ਹਨ ਜਿਹੜੇ ਤੈਨੂੰ ਖੂਨ ਦੇ ਰਿਸ਼ਤੇ ਨਾਲ ਪ੍ਰਾਪਤ ਹੁੰਦੇ ਹਨ। ਪਰ ਹਰ ਕੋਈ ਸਲਾਹ ਆਪਣੇ ਹਿਸਾਬ ਦੀ ਦਿੰਦਾ ਹੈ। ਜਿਹੜਾ ਵੀ ਕੋਈ ਤੈਨੂੰ ਪੁਰਾਣੀ ਸਲਾਹ ਦਿੰਦਾ ਹੈ ਉਹ ਆਪਣੀ ਸਲਾਹ ਦੇ ਵਿੱਚ ਆਪਣਾ ਹਿਸਾਬ ਕਿਤਾਬ ਪਹਿਲਾਂ ਹੀ ਰੱਖ ਲੈਂਦਾ ਹੈ। ਗੁਰੂ ਹਮੇਸ਼ਾ ਹੀ ਤੈਨੂੰ ਉਹੀ ਉਪਦੇਸ਼ ਦੇਵੇਗਾ ਜਿਹੜਾ ਤੇਰੇ ਭਲੇ ਦਾ ਹੋਵੇਗਾ। ਇਸ ਗੱਲ ਦੀ ਜੇ ਤੂੰ ਸਮਝ ਕਰ ਲਵੇਂ, ਤੂੰ ਇਹ ਵਿਸ਼ਵਾਸ ਕਰ ਲਵੇਂ ਕਿ ਪਰਮੇਸ਼ਰ ਮੇਰਾ ਹੈ, ਮੇਰਾ ਹੀ ਕਰੇਗਾ, ਮੈਨੂੰ ਨੇਕ ਸਲਾਹ ਦੇਵੇਗਾ, ਇਹ ਮਨ ਦੇ ਵਿੱਚ ਜੇ ਤੂੰ ਵਸਾ ਲਵੇਂ, ਤੈਨੂੰ ਸੱਚਮੁੱਚ ਯਕੀਨ ਆ ਜਾਵੇਗਾ। ਤੂੰ ਸਮਝ ਜਾਵੇਗਾ ਕਿ ਕੌਣ ਤੇਰਾ ਹੈ, ਕੌਣ ਬਗਾਨਾ ਹੈ। ਹੁਣ ਤੱਕ ਤੂੰ ਬਗਾਨਿਆਂ ਨੂੰ ਆਪਣੇ ਸਮਝਦਾ ਰਿਹਾ, ਤੇ ਜਦੋਂ ਤੈਨੂੰ ਉਹ ਛੱਡ ਗਏ ਤੇਰੇ ਮਨ ਨੂੰ ਹੋਰ ਦੁੱਖ ਹੋਇਆ। ਪ੍ਰਭੂ ਨੂੰ ਆਪਣੀ ਆਤਮਾ ਦੇ ਵਿੱਚ ਵਸਾ ਲੈ, ਆਪਣੇ ਸਰੀਰ ਦੇ ਵਿੱਚ ਵਸਾ ਲੈ, ਆਪਣੇ ਰੋਮ ਰੋਮ ਦੇ ਵਿੱਚ ਟਿਕਾ ਲੈ। ਫਿਰ ਇਹ ਜਿਹੜੇ ਦੁੱਖ ਦਰਦਾਂ ਗਮਾਂ ਦੇ ਵਿੱਚ ਤੂੰ ਜੀਵਨ ਕੱਢ ਰਿਹਾ ਹੈ, ਤੇਰੇ ਚਿਹਰੇ ਉੱਤੇ ਰੂਹਾਨੀ ਨੂਰ ਆ ਜਾਵੇਗਾ। ਤੈਨੂੰ ਪ੍ਰਭੂ ਦੇ ਤੇਜ ਦਾ ਪਤਾ ਲੱਗ ਜਾਵੇਗਾ ਕਿ ਕਿੰਨਾ ਮਹਾਨ ਹੈ ਮੇਰਾ ਦਾਤਾ। ਤੂੰ ਸਦਾਗਰ ਹੈ, ਪਰਦੇਸੀ ਹੈ, ਤੂੰ ਵਪਾਰ ਕਰਨ ਆਇਆ ਇਸ ਧਰਤੀ ਉੱਤੇ ਪਿਆਰਿਆ। ਵਪਾਰ ਦਾ ਅਸੂਲ ਸਮਝ ਲੈ। ਸੱਚਾ ਵਪਾਰ ਉਹ ਵਪਾਰ ਜਿਹਨੂੰ ਤੇਰੀ ਸਹਾਇਤਾ ਕਰਨੀ ਪਵੇ, ਤੈਨੂੰ ਬਚਾਉਣਾ ਪਵੇ, ਉਹ ਗੁਰੂ ਦੇ ਨਾਮ ਦਾ ਵਪਾਰ ਹੈ, ਉਹਦੀ ਆਰਾਧਨਾ ਹੈ, ਉਹਦੀ ਸਾਧਨਾ ਹੈ, ਉਹਦੀ ਕਥਾ ਹੈ, ਉਹਦਾ ਕੀਰਤਨ ਹੈ। ਤੈਨੂੰ ਕੰਨ ਦਿੱਤੇ ਹਨ, ਤੈਨੂੰ ਰਸਨਾ ਦਿੱਤੀ ਹੈ, ਦੋਨਾਂ ਨੂੰ ਵਰਤ ਲੈ ਤੇ ਆਪਣੇ ਨੈਣਾਂ ਨੂੰ ਪ੍ਰਭੂ ਦੇ ਦਰਸ਼ਨ ਕਰਨ ਦੇ ਲਈ ਇੱਕ ਪੱਕਾ ਆਸਰਾ ਪ੍ਰਭੂ ਉੱਤੇ ਟਿਕਾ ਲੈ। ਛੱਡ ਦੇ ਆਲੇ ਦੁਆਲੇ ਦੇਖਣਾ, ਇੱਕ ਉੱਤੇ ਭਰੋਸਾ ਕਰ ਲੈ। ਉਹ ਤੇਰਾ ਭਰੋਸਾ ਤੋੜੇਗਾ ਕਦੇ ਨਹੀਂ, ਸਗੋਂ ਤੈਨੂੰ ਬਚਾ ਲਵੇਗਾ ਮੁਸ਼ਕਲਾਂ ਚੋਂ, ਘੁੰਮਣ ਘੇਰੀਆਂ ਚੋਂ ਕੱਢ ਲਵੇਗਾ। ਜਿਹੜੀ ਵੱਡੀ ਘੁੰਮਣ ਘੇਰੀ ਤੈਨੂੰ ਪਈ ਹੋਈ ਹੈ ਆ ਜੂਨਾਂ ਦੇ ਵਿੱਚ ਘੁੰਮਣ ਦੀ, ਇਹਦੇ ਵਿੱਚੋਂ ਤੈਨੂੰ ਹੱਥ ਦੇ ਕੇ ਕੱਢ ਲਵੇਗਾ। ਫਿਰ ਤੇਰਾ 84 ਲੱਖ ਦਾ ਜਿਹੜਾ ਸਾਈਕਲ ਆ ਮੁੱਕ ਜਾਵੇਗਾ ਤੇ ਤੂੰ ਪ੍ਰਭੂ ਦੇ ਚਰਨਾਂ ਦੇ ਵਿੱਚ ਸਦੀਵੀ ਸ਼ਾਂਤੀ ਲੈ ਕੇ ਪ੍ਰਭੂ ਦੇ ਦਰਸ਼ਨ ਕਰੇਗਾ। ਨਿਹਾਲ 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 ਹੋ ਜਾਵੇਗਾ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ। ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।